ਕਿਹੜੇ ਈਵੈਂਟ ਆ ਰਹੇ ਨੇ ਉਹਨਾਂ ਸਾਰੀਆਂ ਚੀਜ਼ਾਂ ਤੇ। ਸੋ ਫਸਟ ਆਫ ਆਲ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਵੀ ਵੀਰ ਆਪਣੇ ਨਾਲ ਲਾਈਵ ਤੇ ਜੁੜੇ ਹੋਏ ਨੇ। ਤੇ ਤੁਹਾਨੂੰ ਪਤਾ ਹੀ ਹੋਣਾ ਕਿ ਆਪਾਂ ਐਵਰੀ ਵੀਕਐਂਡ ਤੇ ਲਾਈਵ ਕਰਦੇ ਹਾਂ, ਜਿਹਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕਿ ਨੈਕਸਟ ਵੀਕ ਮਾਰਕੀਟ ਦੇ ਵਿੱਚ ਕੀ ਹੋਣ ਵਾਲਾ ਆ, ਕਿਹੜੇ ਈਵੈਂਟ ਆ ਰਹੇ ਨੇ, ਤੇ ਨਾਲ ਦੀ ਨਾਲ ਕਨਵਰਸੇਸ਼ਨ ਕਰਦੇ ਹਾਂ ਕਿਹੜੇ ਥੋੜੇ ਜਿਹੇ ਸਟਾਕ ਨੇ ਜਿਨ੍ਹਾਂ ਨੂੰ ਆਪਾਂ ਟਰੇਡ ਕਰ ਸਕਦੇ ਹਾਂ ਤੇ ਕਿਹੜੇ ਡਿਫਰੈਂਟ ਏਰੀਆਜ਼ ਤੋਂ ਟਰੇਡ ਕਰ ਸਕਦੇ ਹਾਂ। ਸੋ ਸਾਰੀਆਂ ਚੀਜ਼ਾਂ ਤੋਂ ਗੱਲਬਾਤ ਸਟਾਰਟ ਕਰਦੇ ਹਾਂ। ਸੋ ਲਾਸਟ ਵੀਕ ਜੇ ਆਪਾਂ ਦੇਖੀਏ ਤਾਂ ਮਾਰਕੀਟ ਦੇ ਵਿੱਚ ਕਾਫੀ ਵਧੀਆ ਰਿਹਾ, ਇੰਨੀ ਮਾੜੀ ਐਂਡਿੰਗ ਜਿਹੜੀ ਆ ਨਹੀਂ ਰਹੀ। ਮਾਰਕੀਟ ਕਾਫੀ ਵਧੀਆ ਕਲੋਜ਼ ਹੋਈ ਆ, ਅਪ ਕਲੋਜ਼ ਹੋਈ ਆ। ਸੋ ਉੱਥੋਂ ਹੀ ਮਾਰਕੀਟ ਅੱਗੇ ਜਿਹੜਾ ਵਾ ਕਿ ਇੱਕ ਮੋਮੈਂਟਮ ਬਿਲਡ ਕਰਨਾ ਸ਼ੁਰੂ ਕਰਨਾ ਚਾਹੁੰਦੀ ਆ, ਜਿਹੜਾ ਕੱਲ ਆਪਣਾ ਦਿਨ ਆਉਣਾ ਆ। ਸੋ ਉਹਦੇ ਕਰਕੇ ਜੇ ਆਪਾਂ ਫਿਊਚਰ ਵੀ ਦੇਖੀਏ ਤਾਂ ਉਹ ਜਦੋਂ ਪਹਿਲਾਂ ਮੈਂ ਦੇਖਿਆ ਸੀ ਗ੍ਰੀਨ ਹੀ ਸੀ। ਇੱਕ ਵਾਰੀ ਫੇਰ ਆਪਾਂ ਚੈੱਕ ਕਰ ਲੈਂਦੇ ਹਾਂ ਕਿ ਸਟਾਕ ਮਾਰਕੀਟ ਦਾ ਫਿਊਚਰ ਕੀ ਦੱਸ ਰਿਹਾ। ਸੋ ਆਪਾਂ ਦੇਖ ਲੈਂਦੇ ਹਾਂ ਜੀ ਕੁਇਕਲੀ। ਯੈਸ, ਸੋ ਇਟ ਇਜ਼ ਸਟਿਲ ਗ੍ਰੀਨ, ਗੁੱਡ ਗ੍ਰੀਨ। ਦੇਖਦੇ ਹਾਂ ਕਿ ਕੱਲ ਮਾਰਨਿੰਗ ਤੱਕ ਇਦਾਂ ਹੀ ਗ੍ਰੀਨ ਸਰਵਾਈਵ ਕਰ ਪਾਉਂਦਾ ਜਾਂ ਨਹੀਂ। ਸੋ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਥੋੜਾ ਜਿਹਾ ਦੇਖਾਂਗੇ ਕਿ ਕੱਲ ਮਾਰਨਿੰਗ 'ਚ ਕੀ ਹੁੰਦਾ। ਪਰ ਲਾਸਟ ਵੀਕ ਆਪਣੇ ਆਈ ਜੀ ਇੰਟਰਸਟ ਰੇਟ ਹਾਈਕ ਆ, ਉਹ ਵੀ ਜੋ ਐਕਸਪੈਕਟਡ ਕੀਤੀ ਗਈ ਸੀ ਉਹੀ ਆਈ ਆ। ਹੁਣ ਨੈਕਸਟ ਵੀਕ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਆਪਾਂ ਚੀਜ਼ ਵੀ ਦੇਖਣੀ ਆ, ਮੇਨ ਜ਼ਰੂਰੀ ਆ, ਉਹ ਆਉਣਾ ਆ PCE ਡਾਟਾ, ਜਿਹੜਾ ਕਿ ਆਉਣਾ ਆ ਫਰਾਈਡੇ ਨੂੰ। ਜੇ ਤੁਹਾਨੂੰ ਯਾਦ ਹੋਵੇ ਤਾਂ ਲਾਸਟ ਵੀਕ ਦੇ ਵਿੱਚ ਜੈਰਮ ਪੌਲ ਨੇ ਕਿਹਾ ਸੀ ਕਿ ਵੀ ਵਿਲ ਲੁੱਕ ਐਟ PCE ਡਾਟਾ ਕਿੱਦਾਂ ਦਾ ਆਉਂਦਾ ਹੈ, ਫਿਰ ਉਸ ਤੋਂ ਬਾਅਦ ਅਸੀਂ ਇਨਫਲੇਸ਼ਨ ਡਾਟਾ ਇਹ ਸਾਰਾ ਕੁਝ ਦੇਖਾਂਗੇ ਤੇ ਉਹਦੇ ਬਿਹਾਫ ਤੇ ਅਸੀਂ ਡਿਸੀਜਨ ਬਣਾਵਾਂਗੇ ਕਿ ਜੇ ਡਾਟਾ ਵਧੀਆ ਆਉਂਦਾ ਤਾਂ ਫਿਰ ਹੋ ਸਕਦਾ ਨੈਕਸਟ 0.25% ਇੱਕ ਇੰਟਰਸਟ ਰੇਟ ਹਾਈਕ ਆਵੇ, ਉਸ ਤੋਂ ਬਾਅਦ ਸ਼ਾਇਦ ਇੰਟਰਸਟ ਰੇਟ ਵਧਾਉਣਾ ਬੰਦ ਕਰ ਦੇਣ। ਦੈਟ ਇਜ਼ ਵਾਟ ਮਾਰਕੀਟ ਇਜ਼ ਐਕਸਪੈਕਟਿੰਗ। ਸੋ PCE ਇਨਫਲੇਸ਼ਨ ਕੀ ਹੈ ਜੀ? ਜਿਹੜਾ ਪਰਸਨਲ ਕੰਜ਼ੰਪਸ਼ਨ ਐਕਸਪੈਂਡੀਚਰ ਆ, ਜਿਹੜਾ ਕਿ ਇੱਕ ਬਿਜ਼ਨਸ ਵੱਲੋਂ ਆਉਂਦਾ। CPI ਡਾਟਾ ਆਉਂਦਾ ਆ ਆਮ ਕੰਜ਼ਿਊਮਰ ਦਾ, ਇਹ ਬਿਜ਼ਨਸ ਵੱਲੋਂ ਆਉਂਦਾ ਆ। ਹੁਣ ਉਸ ਬਿਜ਼ਨਸ ਦੇ ਵਿੱਚ ਜਿਹੜੀ ਐਕਸਪੈਕਟਡ ਕੀਤੀ ਜਾ ਰਹੀ ਆ ਕਿ ਮੰਥ ਓਵਰ ਮੰਥ ਇਨਕਰੀਜ਼ ਜਿਹੜੀ ਫੈਬਰਰੀ ਦੇ ਵਿੱਚ ਹੈਗੀ ਸੀ ਆਪਣੀ 0.6%, ਉਹ 0.4% ਤੇ ਆ ਜੂਗੀ ਸ਼ਾਇਦ। ਦੇਖੋ ਜੇ 0.4% ਤੇ ਆ ਜਾਂਦੀ ਹੈ ਮੰਥ ਓਵਰ ਮੰਥ ਤਾਂ ਦਿਸ ਇਜ਼ ਪੋਜ਼ਿਟਿਵ ਸਾਈਨ ਫॉर ਦਾ ਮਾਰਕੀਟ ਕਿ ਜਿਹੜੀ ਇੱਕ ਡੀ-ਇਨਫਲੇਸ਼ਨ ਜਿਹੜੀ ਆਪਾਂ ਗੱਲ ਕਰਦੇ ਆ ਉਹ ਹੋ ਰਹੀ ਆ, ਜਾਨੀ ਕਿ ਇਨਫਲੇਸ਼ਨ ਘਟ ਕੇ ਤੇ ਉਤੋਂ ਉਲਟ ਮਹਿੰਗਾਈ ਥੱਲੇ ਆ ਰਹੀ ਆ। ਉਹ ਚੀਜ਼ ਆਪਾਂ ਨੂੰ ਇੱਕ ਇੰਡੀਕੇਸ਼ਨ ਮਿਲੂਗਾ ਜੇ PCE ਡਾਟਾ ਜੋ ਐਕਸਪੈਕਟਡ ਕੀਤਾ ਜਾ ਰਿਹਾ ਜੇ ਉਦਾਂ ਦਾ ਹੀ ਆਉਂਦਾ, ਜਿਹੜਾ ਕਿ 0.4% ਐਕਸਪੈਕਟ ਕੀਤਾ ਜਾ ਰਿਹਾ ਹੈ। ਨੈਕਸਟ ਜਿਹੜਾ ਥੋੜਾ ਜਿਹਾ ਇੱਕ ਮੇਨ ਈਵੈਂਟ ਆਪਾਂ 2 ਦਿਨ ਦੇਖਣੇ ਆ, ਉਹ ਹੈਗੇ ਆ ਜਿਹੜੇ ਫੈਡ ਵਾਈਸ ਚੇਅਰ ਆ ਬਾਰ, ਉਹਨਾਂ ਦਾ ਨਾਮ ਆ, ਉਹ 28 ਨੂੰ ਤੇ 29 ਤਰੀਕ ਨੂੰ ਸੈਨੇਟ ਤੇ ਹਾਊਸ ਦੇ ਸਾਹਮਣੇ ਟੈਸਟੀਫਾਈ ਕਰਨਗੇ ਬੈਂਕਿੰਗ ਦੇ ਰਿਗਾਰਡਿੰਗ। ਸੋ ਬੈਂਕਾਂ ਦੇ ਸਿਸਟਮ ਦੇ ਰਿਗਾਰਡਿੰਗ ਉਹਨਾਂ ਨੂੰ ਕੁਐਸਚਨ ਪੁੱਛੇ ਜਾਣਗੇ ਕਿ ਕਿਉਂ ਬੈਂਕਾਂ ਦੇ ਵਿੱਚ ਇਦਾਂ ਹੋ ਰਿਹਾ, ਤੁਹਾਡੀ ਫਿਊਚਰ ਪਲੈਨਿੰਗ ਕੀ ਹੈ ਕਿ ਜੇ ਬੈਂਕਾਂ ਇਦਾਂ ਹੀ ਕਰਦੀਆਂ ਰਹਿੰਦੀਆਂ। ਤੇ ਉਹ ਹੈਗੇ ਨੇ 28 ਤੇ 29 ਮਾਰਚ ਨੂੰ ਸਵੇਰੇ 10 ਵਜੇ ਉਹਨਾਂ ਨੇ ਬੋਲਣਾ ਉਹਨਾਂ ਅੱਗੇ ਸਾਹਮਣੇ। ਉਹ ਚੀਜ਼ ਮਾਰਕੀਟ ਨੂੰ ਥੋੜਾ ਜਿਹਾ ਵੋਲੇਟਾਈਲ ਕਰ ਸਕਦੀ ਹੈ। ਸੋ ਜੇ ਤੁਸੀਂ ਟਰੇਡ ਕਰ ਰਹੇ ਹੋ ਤਾਂ ਤੁਸੀਂ ਮਾਰਚ 28 ਨੂੰ ਜਾਣੀ ਕਿ ਆਪਾਂ ਜੇ ਦੇਖੀਏ ਤਾਂ ਟਿਊਜ਼ਡੇ ਤੇ ਵੈਂਸਡੇ ਮਾਰਕੀਟ ਤੇ ਥੋੜਾ ਜਿਹਾ ਧਿਆਨ ਦੇ ਨਾਲ ਰਹਿਣਾ ਆ ਕਿ ਜੇ ਵੋਲੇਟਿਲਿਟੀ ਆਉਂਦੀ ਆ ਸਵੇਰੇ 10 ਵਜੇ ਤਾਂ ਥੋੜਾ ਜਿਹਾ ਉਹਨਾਂ ਨੂੰ ਵਾਚ ਕਰੋ ਕਿ ਕੀ ਗੱਲਬਾਤ ਹੁੰਦੀ ਹੈ। ਮਾਰਕੀਟ ਥੋੜਾ ਵੋਲੇਟਾਈਲ ਰਹਿਣ ਦੇ ਚਾਂਸ ਹੋਣਗੇ ਜਿੱਦਾਂ ਉਹ ਕਨਵਰਸੇਸ਼ਨ ਕਰਨਗੇ, ਪਰ ਆਪਾਂ ਦੇਖਣਾ ਕਿ ਉਹ ਕਨਵਰਸੇਸ਼ਨ ਦੇ ਵਿੱਚ ਕਹਿੰਦੇ ਕੀ ਆ। ਜਿਹੜੀ ਇਹ ਚੀਜ਼ ਥੋੜੀ ਜਿਹੀ ਬੈਂਕਿੰਗ ਦੇ ਰਿਲੇਟਡ ਜ਼ਿਆਦਾ ਹੋਊਗੀ ਤੇ ਬੈਂਕਾਂ ਦੇ ਸਟਾਕ ਉਹਦੇ ਨਾਲ ਕਾਫੀ ਜ਼ਿਆਦਾ ਵੋਲੇਟਾਈਲ ਹੋਣ ਦੇ ਚਾਂਸ ਹੋਣਗੇ। ਸੋ ਬੈਂਕਾਂ ਦੇ ਸਟਾਕ ਜੇ ਵੋਲੇਟਾਈਲ ਹੁੰਦੇ ਆ ਤੇ ਆਪਾਂ ਨੂੰ ਪਤਾ ਕਿ ਬਾਕੀ ਸਾਰਾ ਸੈਕਟਰ ਜਿਹੜੇ ਨੇ ਜਾਂ ਮਾਰਕੀਟ ਆ ਸਾਰੀ ਉਹਦੇ ਵਿੱਚ ਵੀ ਕਾਫੀ ਹਲਚਲ ਆਪਾਂ ਨੂੰ ਦੇਖਣ ਨੂੰ ਮਿਲਦੀ ਆ। ਸੋ ਇਸ ਕਰਕੇ ਥੋੜਾ ਜਿਹਾ ਧਿਆਨ ਦੇ ਨਾਲ ਉਦੋਂ ਰਹਿਣਾ ਤੁਸੀਂ। ਨੈਕਸਟ ਆ ਜੀ ਇੰਟਲ ਦਾ ਸਟਾਕ। ਇਹਨਾਂ ਦਾ 29 ਤਰੀਕ ਨੂੰ ਆ AI ਈਵੈਂਟ। ਸੋ ਇਨਵੈਸਟਰ ਡੇ ਜੇ ਆਪਾਂ ਕਹਿ ਲਈਏ ਜਾਂ AI ਈਵੈਂਟ ਆ ਇੱਕ। ਹੁਣ ਜਿਹੜੇ ਵੀ ਸਟਾਕ ਤੁਸੀਂ ਪਾਸਟ ਦੇ ਵਿੱਚ ਜਿੰਨਾ ਕੋਈ ਮੈਂ ਦੇਖ ਰਿਹਾ, ਜਦੋਂ ਨਵੀਡੀਆ ਦਾ AI ਈਵੈਂਟ ਸੀ ਕਾਫੀ ਵਧੀਆ ਪੰਪ ਕੀਤਾ। ਮਾਈਕਰੋਸਾਫਟ ਕੋਈ AI ਦੇ ਰਿਲੇਟਡ ਈਵੈਂਟ ਕਰਦਾ ਕਾਫੀ ਵਧੀਆ ਪੰਪ ਕਰਦਾ। ਸੋ ਵੀ ਆਰ ਐਕਸਪੈਕਟਿੰਗ ਸੇਮ ਥਿੰਗ ਇਨ ਇੰਟਲ ਕਿ ਜੇ ਉਹ AI ਦੇ ਰਿਲੇਟਡ ਕੁਛ ਨਾ ਕੁਛ ਕਹਿੰਦੇ ਆ ਕਿ ਅਸੀਂ ਆਹ ਪ੍ਰੋਗਰੈਸ ਕਰ ਰਹੇ ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਇਸ ਸਾਈਡ ਦੇ ਵਿੱਚ, ਤਾਂ ਇਹਨਾਂ ਦਾ ਸਟਾਕ ਕਾਫੀ ਪੰਪ ਹੋਣ ਦੇ ਚਾਂਸ ਹੈਗੇ ਆ ਐਜ਼ ਲੌਂਗ ਐਜ਼ ਮਾਰਕੀਟ ਇਹਨਾਂ ਨੂੰ ਨਾਲ ਦੀ ਨਾਲ ਇੱਕ ਹੌਸਲਾ ਦਿੰਦੀ। ਆਪਾਂ ਕਹਿ ਦਈਏ ਕਿ ਮਾਰਕੀਟ ਵੀ ਇਹ ਨਾ ਹੋਵੇ ਡੰਪ ਹੋ ਜੇ, ਪਰ ਇੰਟਲ ਦਾ ਸਟਾਕ ਤੁਸੀਂ ਦੇਖਣਾ, ਇਹਦਾ ਆਪਾਂ ਚਾਰਟ ਵੀ ਥੋੜਾ ਜਿਹਾ ਦੇਖ ਲਾਂਗੇ ਕਿ ਕਿੱਥੋਂ ਤੱਕ ਜਾ ਸਕਦਾ ਇਸ ਤੋਂ ਬਾਅਦ। ਪਰ ਇਹ ਥੋੜਾ ਜਿਹਾ ਸਟਾਕ ਤੁਸੀਂ ਵਾਚ ਕਰ ਸਕਦੇ ਹੋ ਨੈਕਸਟ 29 ਤਰੀਕ ਨੂੰ। ਉਸ ਤੋਂ ਪਹਿਲਾਂ ਜੇ ਆਪਾਂ ਦੇਖੀਏ 28 ਨੂੰ 29 ਨੂੰ ਕਾਫੀ ਇਹਦੇ ਵਿੱਚ ਥੋੜਾ ਜਿਹਾ ਇੱਕ ਪੰਪ ਆਉਣ ਦੇ ਚਾਂਸ ਹੈਗੇ ਆ ਜੇ ਜਿਹੜਾ AI ਈਵੈਂਟ ਆ ਇਹਨਾਂ ਦਾ ਉਹ ਸਕਸੈਸਫੁਲ ਜਾਂਦਾ ਤਾਂ। ਨੈਕਸਟ ਜਿਹੜੇ ਅੱਜ ਆਪਾਂ ਦੇਖਾਂਗੇ ਸਪਾਈ ਓਵਰਆਲ ਮਾਰਕੀਟ ਕਿੱਧਰ ਨੂੰ ਜਾ ਰਹੀ ਹੈ। ਜੇ ਆਪਾਂ ਦੇਖੀਏ ਤਾਂ 200 ਡੇ ਨੂੰ ਹੋਲਡ ਕਰ ਰਹੀ ਹੈ। ਬਾਕੀ ਤੁਹਾਨੂੰ ਮੈਂ ਦੱਸੂਗਾ ਕਿ ਜੋ ਲਾਸਟ ਵੀਕ ਦੇ ਵੀਕਐਂਡ ਤੇ ਆਪਾਂ ਕਨਵਰਸੇਸ਼ਨ ਕੀਤੀ ਸੀ ਉਹਦੇ ਹਿਸਾਬ ਨਾਲ ਤੁਸੀਂ ਦੇਖੋਗੇ ਤਾਂ ਮਾਰਕੀਟ ਕਾਫੀ ਵਧੀਆ ਗਈ। AI ਦਾ ਸਟਾਕ ਆ, ਜੇ ਇੰਟਲ ਦਾ AI ਦਾ ਈਵੈਂਟ ਆਉਂਦਾ ਤੇ ਇਹਨੂੰ ਥੋੜਾ ਜਿਹਾ ਪੰਪ ਮਿਲਣ ਦਾ ਚਾਂਸ ਹੋ ਸਕਦਾ। ਇਹ ਲਾਸਟ ਵੀਕ ਦੇ ਵਿੱਚ ਵੀ ਕਾਫੀ ਵਧੀਆ ਗਿਆ, ਥੋੜਾ ਇਹਨੂੰ ਵਾਚ ਕਰਾਂਗੇ। ਮਾਈਕਰੋਨ ਜਿਹੜਾ ਕਿ ਸੈਮੀਕੰਡਕਟਰ ਫੀਲਡ ਦੇ ਵਿੱਚ ਆ, ਇਹਦੀ ਅਰਨਿੰਗ ਆ ਨੈਕਸਟ ਟਿਊਜ਼ਡੇ, ਇਹਨੂੰ ਥੋੜਾ ਜਿਹਾ ਵਾਚ ਕਰਦੇ ਆ। ਸਨੈਪ ਤੇ ਮੈਟਾ ਇਹ ਕਿਉਂ ਦੇਖਣੇ ਜ਼ਰੂਰੀ ਆ, ਹੁਣ ਤੱਕ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਜੋ
ਟਿਕਟੌਕ ਆ ਉਹਨੂੰ ਥੋੜਾ ਜਿਹਾ ਬੈਨ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਜੇ ਲਾਸਟ ਤੁਸੀਂ ਦੇਖਿਆ ਹੋਵੇ ਜਿਹੜਾ ਉਹਨਾਂ ਨੇ ਹਾਊਸ ਦੇ ਅੱਗੇ ਟੈਸਟੀਫਾਈ ਕੀਤਾ ਟਿਕਟੌਕ ਦੇ CEO ਨੇ, ਤਾਂ ਕੁਝ ਇੰਨਾ ਖਾਸ ਵਧੀਆ ਨਹੀਂ ਰਿਹਾ। ਸੋ ਜਿਹੜੇ ਵੀ ਉਹਨਾਂ ਦੇ ਹਾਊਸ ਦੇ ਮੈਂਬਰ ਆ ਉਹ ਕਹਿ ਦਈਏ ਕਿ ਉਹਦੀ ਕਨਵਰਸੇਸ਼ਨ ਤੋਂ ਜਾਂ ਗੱਲਬਾਤ ਤੋਂ ਇੰਨੇ ਸੈਟੀਸਫਾਈ ਨਹੀਂ ਸੀ ਕਿ ਜੋ ਭਾਲਦੇ ਉਹਨਾਂ ਨੂੰ ਆਨਸਰ ਨਹੀਂ ਮਿਲੇ। ਠੀਕ ਹੈ, ਸੋ ਉਸ ਕਾਰਨ ਕਰਕੇ ਹੋ ਸਕਦਾ ਟਿਕਟੌਕ ਬੈਨ ਕਰ ਦੇਣ, ਚਾਂਸਸ ਲੱਗਦੇ ਨੇ, ਬਟ ਵੀ ਆਰ ਨਾਟ 100% ਸ਼ੋਰ। ਪਰ ਜੇ ਟਿਕਟੌਕ ਬੈਨ ਹੁੰਦੀ ਆ ਉਹਦਾ ਸਭ ਤੋਂ ਜ਼ਿਆਦਾ ਬੈਨੀਫਿਟ ਹੋਊਗਾ ਸਨੈਪ ਤੇ ਮੈਟਾ ਨੂੰ, ਕਿਉਂਕਿ ਟਿਕਟੌਕ ਤੋਂ ਸਾਰਿਆਂ ਨੇ ਨਿਕਲ ਕੇ ਇੰਸਟਾਗ੍ਰਾਮ ਰੀਲ ਤੇ ਆਉਣਾ ਆ। ਸਨੈਪਚੈਟ ਦਾ ਜਿਹੜਾ ਸਪੌਟਲਾਈਟ ਵਾਲਾ ਫੀਚਰ ਆ ਉਹਨੂੰ ਯੂਜ਼ ਕਰਨਾ ਸ਼ੁਰੂ ਕਰਨਗੇ, ਜਿਹਦੇ ਕਰਕੇ ਬਾਕੀ ਜਿਹੜੇ ਐਡਵਰਟਾਈਜ਼ਮੈਂਟ ਹੁਣ ਟਿਕਟੌਕ ਤੇ ਜਾ ਰਹੀ ਆ ਉਹ ਸਾਰੀ ਇਹ ਦੋ ਸੋਸ਼ਲ ਮੀਡੀਆ ਪਲੇਟਫਾਰਮ ਤੇ ਟ੍ਰਾਂਸਫਰ ਹੋਊਗੀ। ਹਾਂ, ਕੀ ਨਾਲ ਦੀ ਨਾਲ ਗੂਗਲ ਨੂੰ ਵੀ ਫਾਇਦਾ ਹੋ ਸਕਦਾ? ਯੈਸ, ਕਿਉਂਕਿ ਗੂਗਲ ਦੇ ਵਿੱਚ ਕੀ ਆ, ਉਹਨਾਂ YouTube ਦੇ ਵਿੱਚ ਗੂਗਲ ਸ਼ਾਰਟ ਵਾਲਾ ਜਿਹੜਾ ਫੀਚਰ ਕੱਢਿਆ, ਜਿਹੜਾ ਕਿ ਇੰਨਾ ਆਪਾਂ ਦੇਖੀਏ ਫॉर ਨਾਓ ਫੇਮਸ ਨਹੀਂ ਆ, ਬਟ ਸ਼ਾਇਦ ਉਹਨੂੰ ਵੀ ਫਿਰ ਉਹ ਇੰਪਰੂਵ ਕਰਨ ਕੁਝ ਨਾ ਕੁਝ, ਜੇ ਉਹਨਾਂ ਨੂੰ ਮੌਕਾ ਮਿਲਦਾ ਗੂਗਲ ਵਾਲਿਆਂ ਨੂੰ ਦਾ, ਉਹ YouTube ਦਾ ਜਿਹੜਾ ਰੈਵਨਿਊ ਉੱਥੋਂ ਹੋਰ ਥੋੜਾ ਵੱਧ ਸਕਦਾ ਜੇ ਉਸ ਫੀਲਡ ਦੇ ਵਿੱਚ ਹੁੰਦਾ ਤਾਂ। ਸੋ ਨੈਕਸਟ ਵੀਕ ਦੇ ਵਿੱਚ ਬਾਕੀ ਅਰਨਿੰਗਸ ਕਿਹੜੀਆਂ ਆ ਰਹੀਆਂ? ਸੋ ਜਿਹੜਾ ਕਾਰਨੀਵਲ ਦੀ ਅਰਨਿੰਗ ਹੈ ਕੱਲ ਮਾਰਨਿੰਗ ਦੇ ਵਿੱਚ, ਉਹ ਥੋੜੀ ਜਿਹੀ ਦੇਖਣ ਵਾਲੀ ਹੋਊਗੀ ਆਪਾਂ ਨੂੰ। ਸਟਾਕ ਕੁਝ ਖਾਸ ਨਹੀਂ ਕਰ ਰਿਹਾ, ਘੱਟ ਹੀ ਆ। ਪਰ ਟਿਊਜ਼ਡੇ ਨੂੰ ਲੁਲੂਲੈਮਨ ਦੀ ਅਰਨਿੰਗ ਆ ਤੇ ਮਾਈਕਰੋਨ ਦੀ ਅਰਨਿੰਗ ਆ। ਸੋ ਥੀਸ ਟੂ ਸਟਾਕ ਯੂ ਕੈਨ ਵਾਚ, ਥੋੜੇ ਜਿਹੇ ਵਧੀਆ ਆਪਾਂ ਨੂੰ ਕੁਛ ਨਾ ਕੁਛ ਮੂਵਮੈਂਟ ਦੇ ਸਕਦੇ ਆ। ਹੋਰ ਮੈਨੂੰ ਜਿਵੇਂ ਦੇਖਾਂ ਕੋਈ ਤਾਂ ਇੰਨੀ ਕੋਈ ਫੈਮੀਲੀਅਰ ਕੰਪਨੀ ਲੱਗ ਨਹੀਂ ਰਹੀ। ਹਾਂ, ਸ਼ਾਇਦ ਤੁਸੀਂ ਕੋਈ ਨਾ ਕੋਈ ਕੰਪਨੀ ਇਹਦੇ ਵਿੱਚ ਹੋਵੇ ਜਿਹਦੇ ਨਾਲ ਫੈਮੀਲੀਅਰ ਹੋ ਥੋੜਾ ਜਿਹਾ, ਜਿਹਨੂੰ ਟਰੇਡ ਕਰਦੇ ਰਹੇ ਹੋ। ਜੇ ਥਰਸਡੇ ਨੂੰ ਦੇਖਦੇ ਆ ਤਾਂ EVgo ਦੀ ਬਲੈਕਬੈਰੀ ਦੀ ਅਰਨਿੰਗ ਆ, ਇਹ ਥੋੜੀ ਜਿਹੀ ਵਾਚ ਕਰ ਸਕਦੇ ਆ EVgo ਦੀ, ਕਿ ਉਹ ਅਰਨਿੰਗ ਕਿੱਦਾਂ ਜਾਂਦੀ ਆ। ਉਹ ਥੋੜੀ ਜਿਹੀ ਆਪਾਂ ਨੂੰ ਇੱਕ ਇਲੈਕਟ੍ਰਿਕ ਵਹੀਕਲ ਵਾਲੀ ਸਾਈਡ ਤੇ ਉਸ ਫੀਲਡ ਦੇ ਵਿੱਚ ਦੱਸ ਸਕਦੀ ਮਾੜਾ ਮੋਟਾ ਕਿ ਕੰਪਨੀ ਕੀ ਕਰ ਰਹੀ ਆ। ਸੋ ਇਹਨਾਂ ਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜੇ ਲੈਣਾ ਆ। ਬਾਕੀ ਤਾਂ ਅਰਨਿੰਗ ਵਿਸਪਰ ਦੀ ਵੈਬਸਾਈਟ ਤੇ ਵੀ ਅਵੇਲੇਬਲ ਹੋਊਗਾ। ਸੋ ਨੈਕਸਟ ਹੁਣ ਦੇਖਦੇ ਹਾਂ ਜੀ ਥੋੜੇ ਜਿਹੇ ਚਾਰਟ ਕਿ ਕੀ ਕਰ ਰਹੇ ਨੇ। ਬਾਕੀ ਜੇ ਤੁਹਾਡੇ ਚੋਂ ਕਿਸੇ ਦਾ ਕੁਐਸਚਨ ਆ ਵੀਰ ਭਰਾ ਦਾ, ਤਾਂ ਇੱਥੇ ਥੱਲੇ ਲਾਈਵ ਚੈਟ ਦੇ ਵਿੱਚ ਜਾ ਕੇ ਤੇ ਕੁਐਸਚਨ ਪੁੱਛ ਸਕਦੇ ਹੋ। ਆਈ ਵਿਲ ਟਰਾਈ ਟੂ ਆਨਸਰ ਐਟ ਦੀ ਐਂਡ। ਸੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਜੀ, ਲੈਟਸ ਸਟਾਰਟ ਵਿਦ AI। ਸੋ AI ਦਾ ਸਟਾਕ ਕੀ ਕਰ ਰਿਹਾ? ਸੋ ਜੇ ਤੁਸੀਂ ਦੇਖੋ ਧਿਆਨ ਦੇ ਨਾਲ ਤਾਂ ਲਾਸਟ ਵੀਕ ਦੇ ਵਿੱਚ ਵੀ ਆਪਾਂ ਇਹਦਾ ਜੇ ਗੱਲਬਾਤ ਸ਼ਾਇਦ ਕੀਤੀ ਸੀ ਲਾਸਟ ਵੀਕਐਂਡ ਤੇ ਆਪਾਂ ਟ੍ਰੇਡ ਨਹੀਂ ਕਰ ਪਾਏ। ਪਰਸਨਲੀ ਆਈ ਡਿਡ ਨਾਟ ਡੂ ਇਟ, ਕਿਉਂਕਿ ਇੱਥੋਂ ਵਧੀਆ ਆਪਣੇ ਏਰੀਆ ਤੋਂ ਮੁੜਿਆ ਸੀ ਵਾਪਸ, ਪਰ ਆਪਾਂ ਉੱਥੋਂ ਟ੍ਰੇਡ ਨਹੀਂ ਲੈ ਪਾਏ $20.50 ਵਾਲੇ ਤੋਂ। ਸੋ ਇਹਨੂੰ ਫਿਰ ਤੁਸੀਂ ਵਾਚ ਕਰਨਾ, ਜੇ ਆਉਂਦਾ ਤੇ ਕੁਝ ਨਾ ਕੁਝ ਹੋ ਸਕਦਾ। ਬਾਕੀ ਜੇ ਮਿਡ ਆਫ ਦਾ ਵੀਕ ਤੁਹਾਨੂੰ ਗੱਲਬਾਤ ਯਾਦ ਹੋਵੇ ਤਾਂ ਮੈਂ ਇੱਕ ਅਲਰਟ ਪਾਇਆ ਸੀ ਗਰੁੱਪ ਦੇ ਵਿੱਚ ਕਿ ਵੀ ਵਿਲ ਵਾਚ AI ਅਰਾਊਂਡ $27 ਐਂਡ ਦੈਟਸ ਐਗਜ਼ੈਕਟਲੀ ਵੇਅਰ, ਕਿ ਜਦੋਂ $26.75 ਦੇ ਏਰੀਏ ਤੋਂ ਜਿੱਥੋਂ ਪਹਿਲਾਂ ਡਿੱਗਾ ਸੀ ਉੱਥੋਂ AI ਡਿੱਗਿਆ, ਜੇ ਆਪਾਂ ਦੇਖੀਏ ਤਾਂ ਫਰਾਈਡੇ ਨੂੰ। ਸੋ ਇਸ ਕਰਕੇ ਜਿਹੜਾ ਵੀਕਐਂਡ ਵਾਲਾ ਲਾਈਵ ਆ ਉਹ ਜੇ ਤੁਸੀਂ ਦੇਖ ਲੈਂਦੇ ਹੋ, ਕਿਤੇ ਮਿਸ ਵੀ ਕਰ ਗਏ, ਦੀ ਰਿਕਾਰਡਿੰਗ ਵੀ ਅਵੇਲੇਬਲ ਹੁੰਦੀ ਆ। ਵਾਚ ਕਰਨਾ ਬਹੁਤ ਜ਼ਰੂਰੀ ਆ। ਤੁਹਾਨੂੰ ਜ਼ਿਆਦੀਆਂ ਟਰੇਡਾਂ ਨਹੀਂ ਤਾਂ ਵਿੱਚੋਂ ਇੱਕ ਦੋ ਟਰੇਡਾਂ ਜ਼ਰੂਰ ਮਿਲਣਗੀਆਂ ਜਿਹੜੀਆਂ ਕਿ ਤੁਸੀਂ ਦੇਖ ਕੇ ਕਰ ਸਕਦੇ ਹੋ। ਨੈਕਸਟ ਵੀ ਆਰ ਲੁਕਿੰਗ ਐਟ ਕਿ ਜੇ AI ਇਦਾਂ ਹੀ ਚੱਲਦਾ ਰਹਿੰਦਾ, ਪੰਪ ਮਾਰਦਾ ਰਹਿੰਦਾ ਆ, ਤਾਂ ਇਸ ਏਰੀਆ ਤੋਂ AI ਦੇ ਡਿੱਗਣ ਦੇ ਚਾਂਸ ਹੈਗੇ ਨੇ $30 ਤੇ ਜਾ ਕੇ। ਸੋ ਇਸ ਲਈ $30 ਤੇ ਤੁਸੀਂ AI ਦਾ ਅਲਰਟ ਲਾ ਸਕਦੇ ਹੋ, ਉਹਨੂੰ ਐਕਟੀਵੇਟ ਕਰ ਲੈਣਾ। ਠੀਕ ਹੈ, 27 ਤੇ ਜਾ ਕੇ ਵੀ ਫਿਰ ਕੱਲ ਇੱਕ ਵਾਰੀ ਡਿੱਗ ਸਕਦਾ, ਇਸ ਲਈ 27 ਨੂੰ ਵੀ ਦੇਖ ਲੈਣਾ ਹੈ ਕਿ ਕੱਲ ਜੇ ਥੋੜਾ ਜਿਹਾ ਪੰਪ ਹੁੰਦਾ ਆ ਤੇ 27 ਤੇ ਫਿਰ ਜਾ ਕੇ ਡਿੱਗ ਸਕਦਾ। ਜੇ 20 ਤੇ ਆਉਂਦਾ ਥੱਲੇ ਵੀ ਆਰ ਸਟਿਲ ਲੁਕਿੰਗ ਐਟ $20.50, ਪਰ ਮੈਨੂੰ ਲੱਗਦਾ ਕਿ ਪੰਪ ਹੋਣ ਦੇ ਚਾਂਸ ਹੈਗੇ ਨੇ, ਸ਼ਾਇਦ 27 ਤੇ ਜਾਵੇ ਜੇ ਡਿੱਗਦਾ ਉੱਥੋਂ ਵਧੀਆ, ਜੇ ਨਹੀਂ ਆ ਤੇ ਫਿਰ $30 ਤੇ ਆਪਾਂ ਇਹਨੂੰ ਸ਼ਾਰਟ ਕਰਨ ਬਾਰੇ ਦੇਖਾਂਗੇ ਕਿ 27 ਨੂੰ ਬ੍ਰੇਕ ਕਰਕੇ ਜਾਂਦਾ ਤੇ ਆਪਾਂ 30 ਤੱਕ ਇਹਨੂੰ ਬਾਏ ਕਰ ਸਕਦੇ ਹਾਂ, ਲੌਂਗ ਕਰ ਸਕਦੇ ਹਾਂ। ਯੈਸ, ਤੁਸੀਂ ਕਰ ਸਕਦੇ ਹੋ ਐਜ਼ ਲੌਂਗ ਐਜ਼ ਉਹ 27 ਨੂੰ ਰੀਟੈਸਟ ਕਰਕੇ ਤਾਂ ਫਿਰ ਉੱਪਰ ਨੂੰ ਜਾਂਦਾ। ਗੁੱਡ ਹੈ ਜੀ। ਨੈਕਸਟ ਆਪਾਂ ਗੱਲਬਾਤ ਕਰਦੇ ਹਾਂ ਮਾਈਕਰੋਨ MU। ਸੋ ਆਪਾਂ ਨੂੰ ਇਹ ਵੀ ਪਤਾ ਹੈ ਕਿ ਜਦੋਂ ਕਿਸੇ ਸਟਾਕ ਦੀ ਅਰਨਿੰਗ ਆਉਂਦੀ ਆ ਉਦੋਂ ਸਪੋਰਟ ਰੈਜ਼ਿਸਟੈਂਸ ਵਾਲੇ ਕੰਮ ਨਹੀਂ ਕਰਦੇ। ਠੀਕ ਹੈ, ਪਰ ਉਸ ਤੋਂ ਪਹਿਲਾਂ ਜੇ ਆਪਾਂ ਨੂੰ ਕੋਈ ਆਈਡੀਆ ਜਿਹਾ ਮਿਲਦਾ ਹੈ ਇਸ ਸਟਾਕ ਦਾ ਕਿ ਥੋੜੀ ਹਾਈਪ ਬਣਦੀ ਆ ਤੇ ਟ੍ਰੇਡ ਕਰਨ ਦਾ, ਤਾਂ ਆਹ ਵਾਲਾ ਏਰੀਆ ਹੋਊਗਾ ਜਿੱਥੋਂ ਆਪਾਂ ਇਹਨੂੰ ਸ਼ਾਰਟ ਵਗੈਰਾ ਕਰਨ ਬਾਰੇ ਦੇਖ ਸਕਦੇ ਹਾਂ। $64.50 ਤੋਂ ਇੱਥੇ ਜੇ ਤੁਸੀਂ ਦੇਖੋ ਤਾਂ ਦੋ ਕੁ ਵਾਰੀ ਜਾ ਕੇ ਸੇਮ ਏਰੀਆ ਤੋਂ ਥੱਲੇ ਡਿੱਗਿਆ ਹੋਇਆ। $64.50 ਤੋਂ ਜੇ ਥੱਲੇ ਡਿੱਗਦਾ ਤਾਂ ਚਾਂਸ ਹੈਗੇ ਨੇ ਆਪਾਂ ਸ਼ਾਰਟ ਕਰਾਂਗੇ, ਐਜ਼ ਲੌਂਗ ਐਜ਼ ਅਰਨਿੰਗ ਇਹਦੀ ਇੰਨੀ ਵਧੀਆ ਨਾ ਆ ਜਾਏ ਕਿ ਉਹਨੂੰ ਪੰਪ ਕਰਕੇ ਇੱਕਦਮ ਉੱਪਰ ਲੈ ਜਾਏ। ਸੋ ਜੇ ਬਾਟਮ ਤੇ ਆਉਂਦਾ ਆ ਤਾਂ ਆਈ ਵਿਲ ਸਟਿਲ ਲੁੱਕ ਐਟ ਦਿਸ 50-day ਮੂਵਿੰਗ ਐਵਰੇਜ, ਜਿਹੜੀ ਕਿ $59 ਦੇ ਨੇੜੇ ਆ, ਜਿਹੜੀ ਗ੍ਰੀਨ ਲਾਈਨ ਜਾ ਰਹੀ ਆ। ਸੋ ਇਟ ਇਜ਼ ਅਰਾਊਂਡ $58.75 ਜਾਂ 59 ਤੇ ਆਪਾਂ ਕਹਿ ਸਕਦੇ ਹਾਂ। ਇੱਕ ਇੱਥੇ ਆਪਣਾ ਤੁਸੀਂ ਬਹੁਤ ਧਿਆਨ ਦੇ ਨਾਲ ਦੇਖੋ ਕਿ ਇੱਥੇ 50-day ਮੂਵਿੰਗ ਐਵਰੇਜ ਵੀ ਆ ਰਹੀ ਆ
ਤੇ ਪਾਸਟ ਦੇ ਵਿੱਚ ਵੀ ਇੱਥੋਂ 2 ਵਾਰੀ ਟੱਚ ਕਰਕੇ ਤੇ ਵਾਪਸ ਗਿਆ ਹੋਇਆ ਡਿੱਗਦਾ ਸਟਾਕ। ਇੱਥੋਂ ਇਹਨੂੰ ਇੱਕ ਰੈਜ਼ਿਸਟੈਂਸ ਜਿਹਾ ਵੀ ਮਿਲਿਆ ਹੋਇਆ। ਸੋ $58.75 ਵਾਲੀ ਇੱਕ ਬਹੁਤ ਵਧੀਆ ਇਹਦੀ ਸਪੋਰਟ ਹੈਗੀ ਆ। $64.50 ਵਾਲੀ ਇੱਕ ਬਹੁਤ ਵਧੀਆ ਰੈਜ਼ਿਸਟੈਂਸ ਹੈਗੀ ਆ। ਦੇਖਦੇ ਆ ਕਿੱਥੇ ਮੇਲ ਹੁੰਦੇ ਨੇ ਇਹਦੇ ਨਾਲ ਪਹਿਲਾਂ, ਕਿ $64.50 ਤੇ ਮਿਲਦੇ ਆ ਆਪਾਂ ਇਹਨੂੰ ਤੇ ਜਾਂ $58.75 ਤੇ। ਸੋ ਜਿੱਥੇ ਵੀ ਮਿਲਦੇ ਆ ਉੱਥੋਂ ਉਸ ਹਿਸਾਬ ਨਾਲ ਟ੍ਰੇਡ ਲੈ ਸਕਦੇ ਹੋ। ਉੱਪਰੋਂ ਸ਼ਾਰਟ ਆ, ਬਾਟਮ ਤੋਂ ਆਪਾਂ ਇਹਨੂੰ ਬਾਏ ਕਰ ਸਕਦੇ ਹਾਂ। ਨੈਕਸਟ ਗੱਲ ਕਰਦੇ ਹਾਂ ਜੀ ਥੋੜੀ ਜੀ ਓਵਰਆਲ ਮਾਰਕੀਟ ਦੀ, ਸਪਾਈ ਦੀ। ਸੋ ਟੈਸਲਾ ਦੀ ਵੀ ਗੱਲਬਾਤ ਕਰ ਲਾਂਗੇ। ਸੋ ਜੇ ਤੁਹਾਨੂੰ ਯਾਦ ਹੋਵੇ ਤਾਂ ਲਾਸਟ ਵੀਕ ਆਪਾਂ ਇੱਕ ਆਹ ਵਾਲੀ ਲਾਈਨ ਬਣਾਈ ਸੀ। ਸੋ ਇਫ ਯੂ ਰਿਮੈਂਬਰ, ਇੱਥੋਂ ਥੱਲਿਓਂ ਇਦਾਂ ਉੱਪਰ ਨੂੰ, ਠੀਕ ਹੈ, ਇਹਨਾਂ ਨੂੰ ਜੋੜਦੇ ਹੋਏ। ਤੇ ਜੇ ਤੁਸੀਂ ਦੇਖੋ ਕਿ ਫਰਾਈਡੇ ਨੂੰ ਉਹ ਐਗਜ਼ੈਕਟ ਉਸ ਲਾਈਨ ਨੂੰ ਫੇਰ ਟੱਚ ਕਰਕੇ ਬਾਟਮ ਲੈ ਕੇ ਉੱਤੋਂ ਤੇ ਉੱਪਰ ਚਲ ਗਿਆ। ਜਾਣੀ ਕਿ ਇਹ ਤੁਹਾਨੂੰ ਮੈਂ ਆਵਰਲੀ ਕੈਂਡਲ ਦੇ ਵਿੱਚ ਵੀ ਇਹ ਦਿਖਾਈ ਸੀ, ਆਹ ਵਾਲਾ ਆ ਰਿਹਾ ਸੀ, ਹੈ ਨਾ। ਸੋ ਇਫ ਵੀ ਗੋ ਰਾਈਟ ਹੇਅਰ, ਤੇ ਇਦਾਂ ਆਪਾਂ ਦੇਖਿਆ ਸੀ ਕਿ ਇਹ ਇੱਥੋਂ ਇੱਕ ਸਪੋਰਟ ਜੀ ਲੈ ਰਿਹਾ ਤੇ ਅਗੇਨ ਸਟਿਲ ਉਸ ਸਪੋਰਟ ਦੇ ਵਿੱਚ ਆ। ਜਾਣੀ ਕਿ ਸਪਾਈ ਅਜੇ ਵੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਅਪ ਟ੍ਰੈਂਡ ਦੇ ਵਿੱਚ ਆ। ਤੇ ਉੱਪਰ ਵੀ ਆਪਾਂ ਇਦਾਂ ਇਹਦੀ ਆ ਵੈਜ ਜੀ ਕਨੈਕਟ ਕੀਤੀ ਸੀ ਕਿ ਆਹ ਉੱਪਰ ਵਾਲਾ ਟੌਪ ਵਾਲਾ ਏਰੀਆ ਹੈਗਾ। ਉੱਥੋਂ ਤੱਕ ਅਜੇ ਗਿਆ ਨਹੀਂ। ਜੇ ਇਸ ਵੀਕ ਦੇ ਵਿੱਚ ਜਾਂਦਾ 402 ਤੱਕ ਜਾਂਦਾ ਹੈ, ਆਪਾਂ ਦੇਖ ਸਕਦੇ ਹਾਂ ਉੱਥੇ ਜਾ ਕੇ ਇਹਦੇ ਥੱਲੇ ਡਿੱਗਣ ਦੇ ਚਾਂਸ ਹੈਗੇ ਨੇ, ਔਰ ਗਿਆ ਸੀ ਲਾਸਟ ਵੀਕ ਦੇ ਵਿੱਚ। ਹਾਂਜੀ, ਸੋ ਉਧਰ ਨੂੰ ਇੱਕ ਵਾਰੀ ਜਾ ਕੇ ਜਦੋਂ CPI ਡਾਟਾ ਆਇਆ ਉਦੋਂ ਮਾੜੀ ਜਿਹੀ ਇੱਕ ਪੁਸ਼ ਜੀ ਮਾਰੀ ਆ, ਪਰ ਸਟਰੋਂਗਲੀ ਆਪਾਂ ਕਹਿ ਸਕਦੇ ਕਿ ਅਜੇ ਉਹਨੂੰ ਬ੍ਰੇਕ ਨਹੀਂ ਕੀਤਾ। ਸੋ ਸੇਮ ਏਰੀਆ ਤੇ ਜੇ ਆਪਾਂ ਦੇਖੀਏ ਤਾਂ ਫਿਰ ਟੱਚ ਕਰਕੇ ਉਹ ਵੈਜ ਵਾਲੇ ਦੇ ਟੌਪ ਤੇ ਡਿੱਗ ਗਿਆ। ਤੇ ਬਾਟਮ ਆ ਵਾਲਾ ਜਿਹੜਾ ਵਾ ਇੱਕ ਫਲੈਗ ਜਿਹਾ ਫਿਲਹਾਲ ਅਜੇ ਵੀ ਬਣ ਰਿਹਾ, ਤੇ ਇਹਨੂੰ ਤੁਸੀਂ ਥੋੜਾ ਵਾਚ ਕਰਨਾ ਕਿ ਇਸ ਏਰੀਆ ਤੋਂ ਜੇ ਕਿਤੇ ਇਹਨੂੰ ਬ੍ਰੇਕ ਕਰ ਦਿੰਦਾ ਪ੍ਰੋਪਰ ਤੇ ਥੱਲੇ ਰਹਿ ਜਾਂਦਾ ਆ, ਫਿਰ ਇਹਦੇ ਡੰਪ ਹੋਣ ਦੇ ਚਾਂਸ ਨੇ। ਸੋ ਫਾਰ ਟੌਪ ਤੇ ਜਾ ਰਿਹਾ 402 ਵੱਲ ਨੂੰ ਜਾ ਕੇ ਫਿਰ ਇਸ ਲਾਈਨ ਤੇ ਦੇਖਦੇ ਕੀ ਆ। ਸੋ ਇਹੀ ਲਾਈਨ ਤੁਹਾਨੂੰ ਮੈਂ ਲਾਸਟ ਵੀਕ ਦੇ ਵਿੱਚ ਵੀ ਡਰਾ ਕਰਕੇ ਦੱਸੀ ਸੀ ਕਿ ਇਹ ਚੀਜ਼ ਹੋ ਸਕਦੀ ਹੈ, ਤੇ ਦੈਟਸ ਐਗਜ਼ੈਕਟਲੀ ਵਾਟ ਹੈਪਨਡ ਔਨ ਫਰਾਈਡੇ। ਹੋਰ ਆਪਾਂ ਇਹਦੇ ਵਿੱਚ ਕੀ ਦੇਖਣਾ ਜੀ, ਸਪਾਈ ਦੇ ਵਿੱਚ ਨੈਕਸਟ 2 ਲਾਈਨਾਂ ਨੇ ਜਿਹੜੀਆਂ ਰੈੱਡ ਲਾਈਨ ਤੇ ਗ੍ਰੀਨ ਲਾਈਨ ਆ। ਰੈੱਡ ਤੋਂ ਸਪੋਰਟ ਲਈ ਹੈ ਇੱਕ ਦਿਨ, ਪਰ ਕੁਝ ਖਾਸ ਨਹੀਂ ਇੰਨੀ, ਪਰ ਆਪਾਂ ਫਿਰ ਵੀ ਅਜੇ ਗ੍ਰੀਨ ਲਾਈਨ ਨੂੰ ਦੇਖਦੇ ਹਾਂ ਉੱਪਰ ਜਾ ਕੇ ਸ਼ਾਇਦ ਉਤੋਂ ਖੜੇ, ਜਿਹੜੀ ਕਿ $400 ਤੇ 50 ਸੈਂਟ ਤੇ ਆ ਰਹੀ ਆ, ਉਸ ਤੇ ਖੜ ਕੇ ਇਹਦੇ ਅਜੇ ਵੀ ਡਿੱਗਣ ਦੇ ਚਾਂਸ ਹੈਗੇ ਨੇ। 50 ਡੇ ਮੂਵਿੰਗ ਐਵਰੇਜ ਨੂੰ ਟੱਚ ਕਰਕੇ ਰਿਜੈਕਟ ਹੋ ਸਕਦਾ। ਸੋ ਨੈਕਸਟ ਵੀਕ ਦੇ ਵਿੱਚ ਆਈ ਵਿਲ ਸਟਿਲ ਲੁੱਕ ਫॉर ਥੀਸ 2 ਲਾਈਨ ਕਿ ਇਹਦੇ ਵਿੱਚ ਸਪਾਈ ਟ੍ਰੇਡ ਕਰੇ ਤੇ ਇਦਾਂ ਇੱਕ ਫਲੈਗ ਜਿਹਾ ਉੱਪਰ ਨੂੰ ਬਣਾਈ ਜਾਵੇ ਜਾਂ ਵੈਜ ਜੀ ਬਣਾਈ ਜਾਵੇ। ਤੇ ਸ਼ਾਇਦ ਮਿਡਲ ਦੇ ਵਿੱਚ ਜਦੋਂ ਦਿਨਾਂ ਦੇ ਵਿੱਚ ਉਹੀ ਹੈ ਕਿ 50 ਡੇ ਮੂਵਿੰਗ ਐਵਰੇਜ ਨੂੰ ਟੱਚ ਕਰਕੇ ਰਿਜੈਕਟ ਹੁੰਦਾ ਤੇ 200 ਡੇ ਮੂਵਿੰਗ ਐਵਰੇਜ ਤੋਂ ਇੱਕ ਬਾਉਂਸ ਜਾਂ $392 ਤੋਂ ਇੱਕ ਸਪੋਰਟ ਲੈ ਸਕਦਾ। ਸੋ ਉਹ ਏਰੀਆ ਨਾਲੇ ਇੱਥੇ ਵੀ ਆਪਣਾ ਆ ਜਾਂਦਾ, ਮੈਨੂੰ ਲੱਗਦਾ ਕਿ ਜਿਹੜੀ ਆਹ ਵਾਲੀ ਲਾਈਨ ਆ ਰਹੀ ਹੈ ਸ਼ਾਇਦ, ਹਾਂਜੀ। ਸੋ ਇੱਥੇ ਸਪੋਰਟ ਜੀ ਵੀ ਆਪਾਂ ਨੂੰ ਇਸ ਏਰੀਆ ਤੋਂ ਐਗਜ਼ੈਕਟ ਸੇਮ ਜੇ ਤੋਂ ਮਿਲ ਰਹੀ ਆ, ਨਾਲ ਦੀ ਨਾਲ ਉਹ ਰੈੱਡ ਲਾਈਨ ਹੈਗੀ ਆ। ਸੋ ਉਹ ਚੀਜ਼ ਆਪਣੀ ਰੈੱਡ ਲਾਈਨ ਅਜੇ ਵੀ ਵਰਕ ਕਰੂਗੀ ਜਿਹੜੀ ਕਿ ਹੈਗੀ ਆਪਣੀ 200 ਡੇ ਮੂਵਿੰਗ ਐਵਰੇਜ। ਸੋ ਇਹ ਆ ਜੀ ਆਪਣਾ ਲੇਖਾ ਜੋਗਾ ਸਪਾਈ ਦਾ। ਸੋ ਵੀਰ ਹੋਣਾ ਨੇ ਕੁਐਸਚਨ ਪੁੱਛਿਆ ਕਿ ਕਰਾਊਡ CRW ਸਟਾਕ ਸਾਈਬਰ ਸਿਕਿਉਰਿਟੀ ਕੈਨ ਯੂ ਪਲੀਜ਼ ਚੈੱਕ। ਹਾਂਜੀ ਵੀਰ ਜੀ, ਮੈਂ ਐਂਡ ਤੇ ਜ਼ਰੂਰ ਚੈੱਕ ਕਰਦਾ ਜੀ। ਸੋ ਲੈਟਸ ਟਾਕ ਅਬਾਊਟ ਸਨੈਪ। ਸੋ ਸਨੈਪ ਕੀ ਕਰਦਾ ਜੀ, ਸਨੈਪ ਜੇ ਤੁਸੀਂ ਦੇਖੋਗੇ ਤਾਂ 50 ਡੇ ਮੂਵਿੰਗ ਐਵਰੇਜ ਨੂੰ ਮਾੜਾ ਜਿਹਾ ਬ੍ਰੇਕ ਕਰਦਾ, ਪਰ ਕੁਛ ਖਾਸ ਅਜੇ ਚੰਗੀ ਤਰ੍ਹਾਂ ਬ੍ਰੇਕ ਨਹੀਂ ਕੀਤਾ। ਤੇ ਜਿੱਦਣ ਦਾ ਉਹ ਮੈਟਾ ਵਾਲਾ ਚੱਕਰ ਜਾਂ ਟਿਕਟੌਕ ਦਾ ਚੱਕਰ ਜਿਹਾ ਚੱਲ ਰਿਹਾ, ਥੋੜੀ ਜਿਹੀ ਫੇਰ ਇਹਦੇ ਵਿੱਚ ਹਾਈਪ ਜੀ ਬਣਨੀ ਸ਼ੁਰੂ ਹੋਈ ਆ। ਬਟ ਇੰਟਰਸਟਿੰਗਲੀ ਇਹਦੇ ਵਿੱਚ ਕੀ ਹੁੰਦਾ ਆ ਕਿ ਇਹ ਆਹ ਵਾਲੇ ਏਰੀਏ ਤੋਂ ਨਾ ਅੱਗੇ ਚੰਗੇ ਤਰੀਕੇ ਦੇ ਨਾਲ ਉਹਨੂੰ ਤੋੜ ਕੇ ਨਿਕਲ ਨਹੀਂ ਪਾ ਰਿਹਾ। ਸੋ ਜੇ ਇੱਥੇ ਕ ਆਪਾਂ ਦੇਖ ਲਈਏ, ਸੋ ਆਹ ਵਾਲਾ ਏਰੀਆ $12.50 ਉਹਦੀ ਵਧੀਆ ਬ੍ਰੇਕ ਜੀ ਨਹੀਂ ਹੋਈ। ਲਾਸਟ 2 ਵਾਰੀ ਉੱਥੇ ਗਿਆ ਵਾ, 2 ਵਾਰੀ ਗਿਆ ਉੱਥੇ, ਉਹਨੂੰ ਟੱਚ ਕਰਕੇ ਡਿੱਗੀ ਜਾਂਦਾ। ਸੋ ਆਈ ਵਿਲ ਸਟਿਲ ਲੁੱਕ ਫॉर ਕਿ ਜੇ ਇਹਦੇ ਵਿੱਚ ਥੋੜੀ ਹਾਈਪ ਬਣਦੀ ਆ 12.50 ਤੋਂ ਉੱਪਰ, ਤਾਂ ਇਹਦੇ ਚਾਂਸ ਹੈਗੇ ਨੇ ਕਿ ਉੱਪਰ ਨੂੰ ਨਿਕਲ ਸਕਦਾ, ਕਿਉਂਕਿ 12.50 ਵਾਲਾ ਏਰੀਆ ਇੱਥੇ ਸਪੋਰਟ ਜੀ ਵੀ ਬਣ ਰਿਹਾ, ਉਹ ਨਵੀਂ ਇੱਕ ਰੈਜ਼ਿਸਟੈਂਸ ਜੀ ਵੀ ਬਣ ਰਿਹਾ, ਉਤੋਂ ਇਹ ਉੱਪਰ ਜਾ ਨਹੀਂ ਪਾ ਰਿਹਾ। ਸੋ ਮੈਂ ਇਹਦਾ ਦੇਖੂੰਗਾ ਕਿ 12.50 ਤੋਂ ਉੱਪਰ ਜਾਵੇ ਸਨੈਪ, ਥੋੜਾ ਜਿਹਾ ਜੇ ਉੱਪਰ ਰਹਿੰਦਾ ਆ ਤੇ ਚਾਂਸ ਹੈਗੇ ਨੇ ਕਿ ਫਿਰ ਥੋੜਾ ਜਿਹਾ ਉੱਪਰ $15 ਤੱਕ ਉਹਦੇ ਜਾਣ ਦੇ ਕੁਛ ਨਾ ਕੁਛ ਕਰ ਸਕਦਾ। ਬਟ ਲਾਸਟ 2 ਵਾਰੀ ਜੇ ਤੁਸੀਂ ਦੇਖੋ ਤਾਂ 12.50 ਤੋਂ ਜਾ ਕੇ ਟੱਚ ਕਰਕੇ ਜਦੋਂ ਵੀ ਟਿਕਟੌਕ ਦੀ ਉਹ ਹਾਈਪ ਜੀ ਬਣਨੀ ਸ਼ੁਰੂ ਹੋਈ ਆ ਨਿਊਜ਼ ਦੀ, 12.50 ਤੇ ਜਾਂਦਾ ਰਿਜੈਕਟ ਹੋ ਜਾਂਦਾ, 12.50 ਤੇ ਜਾਂਦਾ ਰਿਜੈਕਟ ਹੋ ਰਿਹਾ। ਸੋ ਉਹ ਚੀਜ਼ ਮੈਂ ਵਾਚ ਕਰੂੰਗਾ ਕਿ ਕੀ ਉਹਨੂੰ ਇਹ ਕ੍ਰਾਸ ਕਰ ਪਾਉਂਦਾ ਤੇ ਜਾਂ ਨਹੀਂ ਕ੍ਰਾਸ ਕਰ ਪਾਉਂਦਾ। ਨੈਕਸਟ ਮੈਟਾ ਦੇ ਵਿੱਚ ਹਾਈਪ ਜ਼ਰੂਰ ਹੈਗੀ ਆ ਜੀ, ਮੈਟਾ ਤੇ ਜਾਂਦਾ ਛਾਲਾ ਮਾਰਦਾ। ਜੇ ਆਪਾਂ ਦੇਖੀਏ ਤਾਂ ਮੈਟਾ ਇੱਥੇ ਆ ਨਹੀਂ ਰਹੀ ਲਾਈਨ, ਪਰ 200 ਡੇ ਮੂਵਿੰਗ ਐਵਰੇਜ ਨੂੰ ਕ੍ਰਾਸ ਕਰ ਲਿਆ ਮੈਨੂੰ ਲੱਗਦਾ, ਤੇ ਉੱਪਰ ਦੀ ਉੱਪਰ ਹੀ ਆ, 50 ਡੇ ਤੋਂ ਵੀ ਉੱਪਰ ਦੀ ਉੱਪਰ ਹੀ ਆ, ਤੇ ਕਾਫੀ ਵਧੀਆ ਜਾ ਰਿਹਾ। ਸੋ ਮੈਟਾ ਦਾ ਚਾਰਟ ਥੋੜਾ ਜਿਹਾ ਵਧੀਆ ਆ ਨਹੀਂ ਰਿਹਾ ਜੀ ਮੇਰੇ ਪੁਰਾਣਾ, ਤਾਂ ਕਰਕੇ ਇੱਥੇ ਦੱਸ ਨਹੀਂ ਹੋਣਾ, ਚਲੋ ਕੋਈ ਨਹੀਂ। ਸੋ ਲੈਟਸ ਲੁੱਕ ਐਟ ਟੈਸਲਾ। ਸੋ ਟੈਸਲਾ ਵੀ ਮੈਂ ਵਾਚ ਕਰ ਰਿਹਾ ਸੀ, ਐਗਜ਼ੈਕਟਲੀ ਉਹ ਚੀਜ਼ ਹੋਈ ਟੈਸਲਾ ਦੇ ਵਿੱਚ ਜੋ ਆਪਾਂ ਲਾਸਟ ਵੀਕ ਥੋੜੀ ਜਿਹੀ ਗੱਲਬਾਤ ਕੀਤੀ ਸੀ। ਜੇ ਤੁਹਾਨੂੰ ਯਾਦ ਹੋਵੇ
ਤੇ ਉਹ ਲਾਈਨ ਆ ਵਾਲੀ ਸੀ ਕਿ 201 ਤੋਂ ਟੈਸਲਾ ਡਿੱਗ ਸਕਦਾ ਤੇ ਐਗਜ਼ੈਕਟਲੀ ਦੈਟਸ ਵਾਟ ਹੈਪਨ ਲਾਸਟ ਵੀਕ ਕਿ 201 ਤੇ ਜਾ ਕੇ ਤੇ ਟੈਸਲਾ ਡਿੱਗਿਆ। ਹੁਣ ਜੇ ਤੁਸੀਂ ਲਾਸਟ ਵੀਕ ਵਾਲਾ ਆਪਣਾ ਲਾਈਵ ਦੇਖਿਆ, ਤੁਸੀਂ AI ਦੀ ਇੱਕ ਟ੍ਰੇਡ ਕਰ ਸਕਦੇ ਸੀ ਤੇ ਨਾਲ ਦੀ ਨਾਲ ਤੁਸੀਂ ਟੈਸਲਾ ਦੀ ਇੱਕ ਟ੍ਰੇਡ ਕਰ ਸਕਦੇ ਸੀ, ਚਾਹੇ ਤੁਸੀਂ ਫੁੱਲ ਟਾਈਮ ਡੇ ਟ੍ਰੇਡ ਨਹੀਂ ਕਰਦੇ। ਉਹਨਾਂ ਏਰੀਆ ਤੇ ਆਪਣੇ ਅਲਰਟ ਲਾ ਕੇ ਰੱਖ ਲੈਣੇ ਆ, ਜੇ ਉੱਥੋਂ ਉਸ ਹਿਸਾਬ ਨਾਲ ਚੱਲਦਾ ਆ ਤੇ ਤੁਸੀਂ ਟ੍ਰੇਡ ਕਰ ਲੈਣਾ, ਜੇ ਨਹੀਂ ਚੱਲਦਾ ਤੇ ਨਹੀਂ ਕਰਨਾ, ਆਪਣਾ ਕੰਮ ਕਰੋ ਹੈ ਨਾ, ਜੇ ਤੁਸੀਂ ਫੁੱਲ ਟਾਈਮ ਟ੍ਰੇਡ ਨਹੀਂ ਕਰਦੇ ਤੇ। ਸਟਿਲ ਆਈ ਐਮ ਲੁਕਿੰਗ ਫॉर ਸੇਮ ਥਿੰਗ ਕਿ ਟੈਸਲਾ ਦੇ ਵਿੱਚ ਅਜੇ ਵੀ ਉੱਥੇ ਜਾ ਕੇ ਤੇ ਵੱਜੇ ਤੇ ਥੱਲੇ ਡਿੱਗੇ। ਬਟ ਵਾਟ ਇਜ਼ ਗੋਇੰਗ ਟੂ ਹੈਪਨ ਕਿ ਟੈਸਲਾ ਦੀ ਆਉਣੇ ਆ ਆਪਣੇ ਜਿਹੜੇ ਆ, ਹਾਂਜੀ, ਮੰਡੇ ਨੂੰ ਆਉਣਗੇ ਉਹਨਾਂ ਦੇ ਡਿਲੀਵਰੀ ਨੰਬਰਸ। ਸੋ ਡਿਲੀਵਰੀ ਨੰਬਰਸ ਇਸ ਵਾਰ ਕਾਫੀ ਐਕਸਪੈਕਟੇਸ਼ਨ ਆ। ਜਿਹੜੀ ਇੱਕ ਰਿਪੋਰਟ ਜੀ ਲੀਕ ਹੋਈ ਆ ਕਿ ਚਾਈਨਾ ਦੇ ਵਿੱਚ ਉਹਨਾਂ ਦੀਆਂ ਗੱਡੀਆਂ ਵਧੀਆ ਵਿਕ ਰਹੀਆਂ, ਦਿਸ ਇਜ਼ ਜਸਟ ਆਪਾਂ ਕਹਿ ਸਕਦੇ ਹਾਂ ਇੱਕ ਲੀਕ ਰਿਪੋਰਟ ਆ, 100% ਸ਼ਿਓਰ ਨਹੀਂ ਆ। ਹੁਣ ਉਹਦੇ ਕਰਕੇ ਜਦੋਂ ਵੀ ਜੇ ਡਿਲੀਵਰੀ ਨੰਬਰਸ ਵਧੀਆ ਆ ਗਏ ਤਾਂ ਟੈਸਲਾ ਨੇ ਛਾਲ ਮਾਰਨੀ ਆ। ਹੁਣ ਉਹ ਡਿਲੀਵਰੀ ਨੰਬਰ ਆਉਣੇ ਆ ਆਹ ਵਾਲੇ ਮੰਡੇ ਨੂੰ ਨਹੀਂ, ਉਸ ਤੋਂ ਨੈਕਸਟ ਮੰਡੇ ਨੂੰ, ਤੇ ਲਾਸਟ ਟ੍ਰੇਡਿੰਗ ਡੇ ਹੋਣਾ ਆ ਉਹੀ ਥਰਸਡੇ ਤੇ ਫਰਾਈਡੇ। ਹੁਣ ਜੇ ਤੇ ਕਿਸੇ ਨੇ ਉਹ ਡਿਲੀਵਰੀ ਨੰਬਰ ਤੇ ਪਲੇ ਕਰਨਾ ਤੇ ਤੁਹਾਡੇ ਕੋਲ ਮੌਕਾ ਹੋਊਗਾ ਕਿ ਥਰਸਡੇ ਜਾਂ ਫਰਾਈਡੇ ਪਲੇ ਕਰ ਲਓ ਤੇ ਉਹਨੂੰ ਸਵਿੰਗ ਕਰਨਾ ਪੈਣਾ ਤੁਹਾਨੂੰ ਐਂਡ ਆਫ ਦਾ ਡੇ। ਪਰ ਉਹ ਗੈਂਬਲਿੰਗ ਆ ਪੂਰੀ ਕਿ ਜੇ ਤੇ ਵਧੀਆ ਨੰਬਰ ਆ ਗਏ ਤੇ ਤੁਹਾਡਾ ਵਧੀਆ ਪੈਸੇ ਬਣ ਜਾਣਗੇ, ਜੇ ਵਧੀਆ ਨੰਬਰ ਨਾ ਆਏ ਤੇ ਉਹਨੇ ਥੱਲੇ ਡਿੱਗ ਪੈਣਾ ਤੇ ਤੁਹਾਨੂੰ ਨੁਕਸਾਨ ਵੀ ਹੋ ਸਕਦਾ। ਪਰ ਉਹਦੇ ਕਰਕੇ ਆਪਾਂ ਦੇਖਾਂਗੇ ਕਿ ਥਰਸਡੇ ਫਰਾਈਡੇ ਟੈਸਲਾ ਕੀ ਕਰਦਾ। ਇਸ ਲਈ ਥੋੜਾ ਜਿਹਾ ਵੈਨਸਡੇ ਨੂੰ ਟੈਸਲਾ ਨੂੰ ਵਾਚ ਕਰਿਓ। ਜੇ ਲੋਕਾਂ ਨੇ ਉਹ ਚੀਜ਼ ਪਲੇ ਕਰਨੀ ਹੋਈ ਤਾਂ ਇਹਨਾਂ ਨੇ ਥਰਸਡੇ ਨੂੰ, ਵੈਨਸਡੇ ਸ਼ਾਮ ਨੂੰ ਜਾਂ ਥਰਸਡੇ ਨੂੰ ਉਹਨੂੰ ਥੋੜਾ ਜਿਹਾ ਚੱਕਣਾ ਸ਼ੁਰੂ ਕਰ ਦੇਣਾ ਹੈ। ਸੋ ਇਹ ਚੀਜ਼ ਆਪਾਂ ਵਾਚ ਕਰਨੀ ਆ। ਅਨਲੈਸ ਫਰਾਈਡੇ ਨੂੰ ਜਿਹੜਾ PCE ਡਾਟਾ ਆਉਂਦਾ ਵਾ ਉਹ ਕੁਛ ਇਦਾਂ ਦਾ ਆ ਜੇ ਕਿ ਜਿਹੜਾ ਮਾਰਕੀਟ ਨੂੰ ਥੱਲੇ ਸੁੱਟ ਦੇ। ਪਰ ਫਿਰ ਵੀ ਟੈਸਲਾ ਆਪਾਂ ਕਈ ਵਾਰੀ ਦੇਖਿਆ ਕਿ ਚਾਹੇ ਮਾਰਕੀਟ ਓਵਰਆਲ ਥੱਲੇ ਵੀ ਹੁੰਦੀ ਆ, ਇਹ ਆਪਣਾ ਰਸਤਾ ਵੱਖਰਾ ਬਣਾ ਲੈਂਦਾ ਆ। ਸੋ ਇਸ ਕਰਕੇ ਇਹਨੂੰ ਥੋੜਾ ਜਿਹਾ ਥਰਸਡੇ ਤੇ ਫਰਾਈਡੇ ਨੂੰ ਵਾਚ ਕਰਿਓ ਕਿ ਕੀ ਇਹ ਪੰਪ ਜਿਹਾ ਮਾਰਦਾ। ਲੋਕੀ ਉਹ ਡਿਲੀਵਰੀ ਨੰਬਰਸ ਤੋਂ ਪਹਿਲਾਂ ਚੱਕਦੇ ਆ ਕਿ ਹਾਂਜੀ ਥੋੜੇ ਜਿਹੇ ਸਟਾਕ ਅਕੂਮੂਲੇਟ ਕਰੀਏ ਜਾਂ ਸਵਿੰਗ ਕਰੀਏ ਤੇ ਉਹਦਾ ਆਪਾਂ ਫਾਇਦਾ ਲੈ ਸਕਦੇ ਹਾਂ। ਤੇ ਜੇ ਉਹ ਹੋਇਆ ਤੇ ਤੁਸੀਂ ਚਾਹੇ ਫਰਾਈਡੇ ਨੂੰ ਬਾਹਰ ਆ ਜਾਓ, ਜੇ ਸਵਿੰਗ ਨਹੀਂ ਕਰਨਾ, ਜੇ ਤੁਸੀਂ ਉਹ ਗੈਂਬਲ ਇੱਕ ਰਿਸਕ ਪਲੇ ਕਰਨਾ ਚਾਹੁੰਦੇ ਹੋ ਤੇ ਹੋਲਡ ਕਰ ਸਕਦੇ ਹੋ। ਬਟ ਆਈ ਵੁੱਡ ਸੇ ਕਿ ਜੇ ਫਰਾਈਡੇ ਨੂੰ ਬਾਹਰ ਆ ਜਾਓ ਪ੍ਰੋਫਿਟ ਕੱਢ ਕੇ, ਦੈਟ ਵੁੱਡ ਬੀ ਮੋਰ ਸੇਫ। ਤੁਹਾਡਾ ਜਿਹੜਾ ਸੈਟਰਡੇ ਤੇ ਸੰਡੇ ਨੂੰ ਜਾਣ ਨਹੀਂ ਸੁੱਕੀ ਰਹੂਗੀ, ਤੁਸੀਂ ਥੋੜਾ ਜਿਹਾ ਚੈਨ ਦੀ ਨੀਂਦ ਸੌਂ ਜਾਓਗੇ ਵੀ ਹਾਂਜੀ ਕੋਈ ਨਹੀਂ ਦੇਖੀ ਜਾਓ ਕੀ ਹੁੰਦਾ। ਨਹੀਂ ਤਾਂ ਤੁਹਾਡਾ ਉਹ ਥੋੜਾ ਜਿਹਾ ਚਿੰਤਾ ਦੇ ਵਿੱਚ ਰਹਿਣਾ ਤੁਸੀਂ ਨੈਕਸਟ ਵੀਕਐਂਡ ਤੇ ਕਿ ਕੀ ਬਣਦਾ ਹੈ। ਸੋ ਇਹ ਆ ਜੀ ਆਪਣੇ ਸਾਰੇ ਸਟਾਕ ਜਿਨ੍ਹਾਂ ਦੀ ਆਪਾਂ ਕਰਨੀ ਹੈ ਗੱਲਬਾਤ। ਨੈਕਸਟ ਲੈਟਸ ਲੁੱਕ ਐਟ CRWD, ਕਰਾਊਡ ਸਟ੍ਰਾਈਕ, ਸਾਈਬਰ ਸਿਕਿਉਰਿਟੀ ਦੀ ਕੰਪਨੀ ਆ। ਸੋ ਵਟ ਇਜ਼ ਹੈਪਨਿੰਗ ਵਿਦ ਕਰਾਊਡ ਸਟ੍ਰਾਈਕ। ਸੋ ਕਾਫੀ ਵਧੀਆ ਇੱਥੋਂ ਥੱਲੇ ਡਿੱਗੀ ਸੀ। ਸੋ ਵੇਅਰ ਇਜ਼ ਦਿਸ ਏਰੀਆ, ਆਹ ਵਾਲਾ। ਸੋ ਹੌਲੀ ਹੌਲੀ ਉੱਪਰ ਜਾ ਰਹੀ ਆ ਜੀ। ਇਸ ਏਰੀਏ ਤੇ ਜਾ ਕੇ ਆਪਾਂ ਥੋੜਾ ਜਿਹਾ ਦੇਖਣਾ ਕਿ ਜਿੱਥੋਂ ਇੱਕ ਵਾਰੀ ਇੱਕਦਮ ਇਹਦਾ ਡੰਪ ਹੋਇਆ ਸੀ ਉਹਦੇ ਨੇੜੇ ਤੇੜੇ ਜਾ ਕੇ ਕੀ ਹੁੰਦਾ ਆ। ਸੋ $141.50 ਦੇ ਚਾਂਸ ਹੈਗੇ ਨੇ ਕਿ ਜੇ ਉੱਪਰ ਜਾਂਦੀ ਰਹੀ, ਅਨਲੈਸ ਇਹਦੀ ਕੋਈ ਨਿਊਜ਼ ਆਈ ਹੋਵੇ, ਕਿਉਂਕਿ ਮੈਂ ਸਿਰਫ ਚਾਰਟ ਦੇਖ ਰਿਹਾ, ਨਿਊਜ਼ ਨਹੀਂ ਦੇਖ ਰਿਹਾ। ਕੋਈ ਨਿਊਜ਼ ਆਈ ਹੋਵੇ ਉਹਦੀ ਮੈਂ ਕਹਿ ਨਹੀਂ ਸਕਦਾ, ਬਟ ਲੁਕਿੰਗ ਐਟ ਦਾ ਚਾਰਟ ਮੈਨੂੰ ਲੱਗਦਾ ਕਿ $141.50 ਤੇ ਜਾ ਕੇ ਤੇ ਉੱਥੋਂ ਸ਼ਾਇਦ ਇਹ ਡਿੱਗਣਾ ਸ਼ੁਰੂ ਹੋਵੇ ਪ੍ਰੋਪਰ। ਅਜੇ ਉੱਥੋਂ ਤੱਕ ਗਿਆ ਨਹੀਂ ਸਟਾਕ। 100 ਕਿੱਥੋਂ ਤੱਕ ਗਿਆ ਜੀ, 138 ਤੱਕ ਗਿਆ ਹੈ। ਸੋ 138 ਤੱਕ ਗਿਆ, ਸ਼ਾਇਦ ਇੱਕ ਵਾਰੀ ਮਾੜਾ ਜਿਹਾ ਪੰਪ ਮਾਰੇ ਤੇ 141.50 ਤੋਂ ਡਿੱਗੇ, ਉਹਨੂੰ ਵਾਚ ਕਰਨਾ ਤੁਸੀਂ। ਪਹਿਲਾਂ ਉਹ ਚੀਜ਼ ਸਪੋਰਟ ਬਣੀ ਆ, ਰੈਜ਼ਿਸਟੈਂਸ ਬਣੀ, ਇੱਕਦਮ ਡੰਪ ਆਇਆ। ਸੋ ਯੂ ਕੈਨ ਲੁੱਕ ਐਟ ਦੈਟ ਕਿ ਕੀ ਹੋ ਰਿਹਾ, ਠੀਕ ਹੈ ਜੀ। ਸੋ ਉਸ ਜਗ੍ਹਾ ਤੇ ਜਾ ਕੇ ਵਾਚ ਕਰਨਾ ਆ। ਕੋਈ ਸਪੋਰਟ ਵਾਲਾ ਇਹਦਾ ਏਰੀਆ ਜਿੱਥੋਂ ਇਹ ਜੇ ਥੱਲੇ ਆਉਂਦਾ ਖੜ ਸਕਦਾ, ਐਂਡ ਆਈ ਵਿਲ ਬੀ ਲੁਕਿੰਗ ਐਟ ਦਿਸ ਏਰੀਆ। ਸੋ $126, 126। ਸੋ 126 ਤੇ ਇਹਦੇ ਬਾਅਦ ਦੇ ਵਿੱਚ ਆਣ ਕੇ ਖੜਨ ਦੇ ਥੋੜੇ ਜਿਹੇ ਚਾਂਸ ਹੋਣਗੇ ਜੇ ਇਹ ਥੱਲੇ ਆਉਂਦਾ ਤਾਂ। ਸੋ ਇਹ ਦੋ ਏਰੀਆ ਤੋਂ ਵਾਚ ਕਰ ਸਕਦੇ ਇਹਨੂੰ, 140, 150 ਤੇ 126 ਵਾਲਾ ਏਰੀਆ। ਉਹਦੇ ਨੇੜੇ ਤੇੜੇ ਕੰਪਨੀ ਕੀ ਕਰਦੀ ਆ, ਅਨਲੈਸ ਇਹਦੀ ਕੋਈ ਨਿਊਜ਼ ਵਗੈਰਾ ਆਉਂਦੀ ਆ, ਉਹ ਸਾਰੀ ਤੁਹਾਨੂੰ ਪਤਾ ਕਿ ਉਹ ਸਾਰਾ ਕੁਝ ਚੇਂਜ ਕਰ ਦਿੰਦੀ ਆ ਮਾਰਕੀਟ ਦਾ। ਫਿਰ ਸਪੋਰਟ ਰੈਜ਼ਿਸਟੈਂਸ ਇੰਨੇ ਕੰਮ ਨਹੀਂ ਕਰਦੇ। ਐਨੀ ਈਵੈਂਟ ਟਮੋਰੋ ਇੱਕੋ ਛੋਟਾ ਜਿਹਾ ਈਵੈਂਟ ਆ ਜੀ। ਆਈ ਥਿੰਕ ਇਟ ਇਜ਼ ਬਿਫੋਰ ਦਾ ਮਾਰਕੀਟ ਓਪਨਸ। ਸੋ ਜੇ ਆਪਾਂ ਜਾ ਕੇ ਦੇਖਦੇ ਹਾਂ, ਲੈਟ ਮੀ ਚੈੱਕ ਫॉर ਯੂ ਗਾਇਸ ਐਟ ਦੀ ਐਂਡ ਕਿ ਕੱਲ ਨੂੰ ਕੋਈ ਈਵੈਂਟ ਹੈਗਾ ਆ। ਫੈਡ ਗਵਰਨਰ ਜੈਫਰਸਨ ਸਪੀਕ, ਸ਼ਾਮ ਨੂੰ 5 ਵਜੇ ਬੋਲਣਾ, 4 ਵਜੇ ਮਾਰਕੀਟ ਬੰਦ ਹੋ ਜਾਣੀ ਆ। ਸੋ ਕੋਈ ਖਾਸ ਈਵੈਂਟ ਨਹੀਂ ਹੈਗਾ ਕੱਲ ਨੂੰ। ਸੋ ਆਈ ਥਿੰਕ ਟਮੋਰੋ ਵਿਲ ਬੀ ਸਮੂਥ ਐਂਡ ਸਟੈਡੀ ਡੇ, ਅਨਲੈਸ ਦੇ ਟਰੈਪ ਇਟ ਜਾਂ ਕੁਛ ਇੱਦਾਂ ਦੇ ਇੱਦਾਂ ਕਰਦੇ ਆ ਤੇ ਜਾਂ ਬੈਂਕਾਂ ਦਾ ਕੋਈ ਨਿਊਜ਼ ਆ ਜੇ। ਪਰ ਫਿਲਹਾਲ ਮੈਨੂੰ ਲੱਗਦਾ ਨਹੀਂ ਵੀਕਐਂਡ ਤੇ ਵੀ ਕੋਈ ਬੈਂਕਾਂ ਦੀ ਇੰਨੀ ਖੜਬੜੀ ਵਾਲੀ ਨਿਊਜ਼ ਆਈ ਹੋਵੇ ਜਿਹਦੇ ਨਾਲ ਥੱਲੇ ਡਿੱਗ ਸਕਦੀ ਆ। ਜੇ ਬੈਂਕਾਂ ਦੀ ਕੋਈ ਨਿਊਜ਼ ਆਉਂਦੀ ਆ ਤੇ ਇਸ ਬੈਂਕ ਨੂੰ ਥੋੜਾ ਜਿਹਾ ਹਿੱਟ ਵੱਜ ਸਕਦੀ ਆ। DB ਜਿਹੜੀ ਆ ਯੂਰਪ ਦੀ ਬੈਂਕ ਆ, ਜਿਹੜਾ ਲਾਸਟ ਵੀਕ ਥੋੜੀ ਜਿਹੀ ਇਹਨੂੰ ਹਿੱਟ ਵੱਜੀ ਆ, ਥੱਲੇ ਆਈ ਆ। ਨੈਕਸਟ ਵਨ ਸਟਾਕ ਆਈ ਜਸਟ ਵਾਂਟ ਟੂ ਟੱਚ ਔਨ ਐਟ ਦੀ ਐਂਡ, ਉਹਨੂੰ ਥੋੜਾ ਜਿਹਾ ਟੱਚ ਕਰ ਲੈਂਦੇ ਆ। ਆਹ ਵਾਲੀ ਤੁਸੀਂ ਦੇਖ ਸਕਦੇ ਹੋ, ਇਹ ਬੈਂਕ ਨੂੰ ਜੇ ਹਿੱਟ ਵੱਜੀ ਤਾਂ ਇਹਦਾ ਸਟਾਕ ਥੱਲੇ ਡਿੱਗ ਸਕਦਾ, ਬਾਕੀਆਂ ਨੇ ਚਲੋ ਡਿੱਗਣਾ ਹੀ ਆ। ਦਿਸ ਇਜ਼ ਦਾ ਨਿਊ ਵਨ ਇਨ ਦਾ ਕੈਟੇਗਰੀ ਆਪਾਂ ਕਹਿ ਸਕਦੇ ਹਾਂ। SQ
SQ ਬਲੌਕ ਜਾਂ ਸਕੁਏਅਰ ਕਹਿ ਦਿਓ, ਇਹਦੀ ਹਿੰਡਨਬਰਗ ਨੇ ਰਿਪੋਰਟ ਛਾਪੀ ਆ ਕੰਪਨੀ ਦੇ ਬਾਰੇ, ਤੇ ਸਟਾਕ ਡਿੱਗਾ, ਪਰ ਨਾਲ ਦੀ ਨਾਲ ਇੱਕ ਉਹ ਜਿਹੜੀ ਡਿਪ ਬਾਈ ਮੈਂਟੈਲਿਟੀ ਆ ਉਹਦੇ ਨਾਲ ਸਟਾਕ ਉੱਪਰ ਜਾ ਰਿਹਾ ਇੱਕ ਲੈਵਲ ਤੇ, ਜਿੱਥੋਂ ਮੰਡੇ ਨੂੰ ਡਿੱਗ ਗਿਆ ਜੀ, ਸੌਰੀ ਮੰਡੇ ਨੂੰ ਕਹਿਤਾ, ਥਰਸਡੇ ਨੂੰ ਜਿੱਥੇ ਡਿੱਗ ਗਿਆ ਉਸ ਤੋਂ ਬਾਅਦ ਫਰਾਈਡੇ ਨੂੰ ਫਿਰ ਉੱਪਰ ਹੀ ਆ, ਥੱਲੇ ਨਹੀਂ ਡਿੱਗਾ। 5650 ਦੇ ਜੇ ਯਾਦ ਹੋਵੇ ਤਾਂ ਆਪਾਂ ਫਰਾਈਡੇ ਮਾਰਨਿੰਗ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਇਹ ਸਟਾਕ ਜੇ ਤੋਂ ਥੱਲੇ ਆਉਂਦਾ ਸਪੋਰਟ ਲੈਂਦਾ ਆਪਾਂ ਕਰਾਂਗੇ ਜਾਂ ਉੱਪਰ, ਪਰ ਉਹ ਕਿਸੇ ਵੀ ਲੈਵਲ ਤੇ ਕੁਝ ਖਾਸ ਨਹੀਂ ਗਿਆ। 62 ਵਾਲੇ ਲੈਵਲ ਤੋਂ ਹਾਂ ਥੋੜਾ ਜਿਹਾ ਥੱਲੇ ਡਿੱਗਾ, ਪਰ ਉਸ ਤੋਂ ਪਹਿਲਾਂ ਹੀ ਡਿੱਗ ਗਿਆ। ਇਹਨੂੰ ਥੋੜਾ ਜਿਹਾ ਵਾਚ ਕਰਦੇ ਆ ਕੱਲ ਨੂੰ ਕੀ ਕਰਦਾ ਇਹ ਸਟਾਕ। SQ ਜੇ ਡੰਪ ਹੁੰਦਾ ਆ, ਕਿਉਂਕਿ ਹਿੰਡਨਬਰਗ ਵਾਲੇ ਸ਼ਾਇਦ ਉੱਤੇ ਹੋਰ ਨੈਗੇਟਿਵ ਦੇ ਨੈਗੇਟਿਵ ਕੁਛ ਨਾ ਕੁਛ ਛਾਪੀ ਜਾਣ, ਪਰ ਨਾਲ ਦੀ ਨਾਲ ਉਹਦਾ ਜੈਕ ਡਾਰਸੀ ਜਿਹੜਾ ਕਿ ਇਸ ਕੰਪਨੀ ਦਾ CEO ਆ, ਉਹਨੇ ਵੀ ਥੋੜਾ ਜਿਹਾ ਐਕਸ਼ਨ ਲੈਣਾ ਸ਼ੁਰੂ ਕਰਤਾ ਕੁਇਕਲੀ ਕਿ ਨਹੀਂ ਅਸੀਂ ਹਿੰਡਨਬਰਗ ਤੇ ਕੇਸ ਕਰਾਂਗੇ, ਅਸੀਂ ਫਾਈਟ ਕਰਾਂਗੇ, ਝੂਠੀ ਰਿਪੋਰਟ ਆ। ਉਹਦੇ ਕਰਕੇ ਇੱਕ ਆਪਾਂ ਕਹਿ ਸਕਦੇ ਕਿ ਉਹਨੂੰ ਇੱਕ ਆਪੋਜ਼ਿਟ ਰਿਐਕਸ਼ਨ ਜਿਹਾ ਮਿਲਿਆ ਨਿਊਜ਼ ਨੂੰ, ਜਿਹਦੇ ਕਰਕੇ ਲੋਕੀ ਫਿਰ ਵੀ ਅਜੇ ਸਟਾਕ ਨੂੰ ਇੱਕ ਡਿਪ ਬਾਏ ਵਾਲੀ ਮੈਂਟੈਲਿਟੀ ਹੈਗੀ ਆ। ਤੇ ਡਿਪ ਬਾਏ ਵਾਲੀ ਮੈਂਟੈਲਿਟੀ ਕੀ ਹੁੰਦੀ ਹੈ ਕਿ ਜਿੱਦਾਂ ਆਪਾਂ ਦੇਖੀਏ ਬੈਂਕ ਆਫ ਅਮਰੀਕਾ ਦੇ ਸਟਾਕ ਹੀ BAC, ਤੇ ਜਦੋਂ ਬੈਂਕਾਂ ਇੱਕਦਮ ਡਿੱਗੀਆਂ ਸਾਰਿਆਂ ਨੂੰ ਲੱਗਾ ਕਿ ਹਾਂ ਆਪਾਂ ਨੂੰ ਹੁੰਦਾ ਕਿ ਆਪਾਂ ਸਾਰਿਆਂ ਤੋਂ ਪਹਿਲਾਂ ਐਂਟਰ ਹੋ ਜਾਈਏ, ਤੇ ਲੋਕਾਂ ਨੇ ਕਿਸੇ ਨੇ 30 ਤੇ 32 ਤੇ ਬਾਏ ਕਰ ਲਿਆ ਉਹਨਾਂ ਨੂੰ, ਨਾਓ ਦੇ ਆਰ ਸਟਕ। ਹਾਂ ਡਿਪ ਬਾਏ ਦੇ ਵਿੱਚ ਉਹ ਇੱਕ ਵਾਰੀ ਐਂਟਰ ਤੇ ਹੋ ਗਏ ਕਿ ਸ਼ਾਇਦ ਇਹਨੇ ਵਾਪਸ ਚੱਲ ਜਾਣਾ, ਪਰ ਉਹ ਬਾਅਦ ਚ ਡਿੱਗ ਗਿਆ ਤੇ ਸਟਕ ਹੋ ਗਏ। ਇਦਾਂ ਹੀ FRC ਦਾ ਸਟਾਕ ਹੀ ਜੋ ਸਾਰਿਆਂ ਨੂੰ ਇਹੀ ਹੋਇਆ ਕਿ $120 ਤੋਂ ਥੱਲੇ ਡਿੱਗਣ ਲੱਗਾ, ਇਹਨੂੰ ਬਾਏ ਕਰ ਲਈਏ ਜੀ। ਕੋਈ 25 ਤੇ ਵੀ ਐਂਟਰ ਹੋਇਆ, ਕੋਈ 20 ਤੇ ਵੀ ਐਂਟਰ ਹੋਇਆ, ਕੋਈ 15 ਤੇ ਵੀ ਆ, ਨਾਓ ਦੇ ਆਰ ਸਟਕ। ਲੈਟਸ ਸੀ ਦ ਸੇਮ ਥਿੰਗ ਹੈਪਨ ਇਨ SQ ਕਿ ਹਾਂਜੀ ਲੋਕਾਂ ਨੇ ਇੱਕ ਡਿਪ ਬਾਏ ਜੇ ਤੇ ਕਰ ਲਈ ਆ, ਪਰ ਜੇ ਆ $56 50 ਸੈਂਟ ਤੋਂ ਥੱਲੇ ਡਿੱਗਣ ਲੱਗ ਜਾਂਦਾ, ਇਹਦਾ ਮਤਲਬ ਕਿ ਜਿਨ੍ਹਾਂ ਨੇ ਡਿਪ ਬਾਏ ਕਰਨੀ ਕਰ ਲਈ, ਨਾਓ ਜਿਹੜੇ ਸ਼ਾਰਟ ਆ ਦੇ ਆਰ ਟੇਕਿੰਗ ਓਵਰ ਦਾ ਸਟਾਕ, ਫਿਰ ਉਹਨੂੰ ਥੱਲੇ ਲੈ ਕੇ ਜਾ ਸਕਦੇ। ਇਹ ਚੀਜ਼ ਆਪਾਂ ਦੇਖਾਂਗੇ ਕਿ ਇਹਦੇ ਨਾਲ ਹੁੰਦੀ ਆ ਨਹੀਂ। ਸੋ ਥੈਂਕ ਯੂ ਸੋ ਮਚ ਜੀ। ਬਾਕੀ ਆਪਾਂ ਮਿਲਦੇ ਹਾਂ ਕੱਲ ਨੂੰ। ਜੇ ਕਿਸੇ ਨੇ ਆਪਣੇ ਨਾਲ ਲਾਈਵ ਟ੍ਰੇਡ ਕਰਨਾ ਤੇ ਤੁਸੀਂ stocktalkforyou.com ਤੇ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ। ਦੈਨ ਯੂ ਕੈਨ ਟ੍ਰੇਡ ਵਿਦ ਮੀ ਟਮੋਰੋ, ਜਾਂ ਆਪਣੇ ਨਾਲ ਜਿਹੜੇ ਬਾਕੀ ਵੀਰ ਵੀ ਕਰਦੇ ਆਪਾਂ ਇਕੱਠੇ ਰਲ ਮਿਲ ਕੇ ਟ੍ਰੇਡ ਕਰ ਸਕਦੇ ਹਾਂ। ਸੋ ਯੂ ਕੈਨ ਗੋ ਟੂ stocktalkforyou.com ਤੇ ਉੱਥੇ ਜਾ ਕੇ ਮੰਥਲੀ ਸਬਸਕ੍ਰਿਪਸ਼ਨ ਲੈ ਸਕਦੇ ਹੋ। ਬਾਕੀ ਜੇ ਤੁਹਾਡਾ ਕੋਈ ਉੱਦਾਂ ਕੁਐਸਚਨ ਆ ਤੇ ਤੁਸੀਂ ਆਪਣੀ ਸੇਮ ID stocktalkforyou ਇੰਸਟਾਗ੍ਰਾਮ ਤੇ ਹੈਗੀ ਆ, ਤੇ ਇੱਥੇ ਉੱਥੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਆਈ ਕੈਨ ਆਨਸਰ ਯੂਅਰ ਕੁਐਸਚਨ। ਤੇ ਜੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਨਹੀਂ ਆ ਤੇ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਆ, ਉਹਨੂੰ ਜਾ ਕੇ ਜੁਆਇਨ ਕਰ ਲਿਓ। ਸੋ ਥੈਂਕ ਯੂ। ਮਿਲਦੇ ਹਾਂ ਕੱਲ ਨੂੰ। ਟੇਕ ਕੇਅਰ। ਹੈਵ ਅ ਗੁੱਡ ਨਾਈਟ।